ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੁਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ। ਜਿਨੀ ਡਿਠਾ ਤਿਨਾ ਲਏ ਛਡਾਏ। ਤਰਣ ਗਗਨ ਨਭ ਖੰਡ ਮੈਂ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਅੰਤ ਨ ਪਾਵੈ ਦੇਵ ਸਭੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀਏ। ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਉਦਾਰ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਤਿਕਾਰਯੋਗ ਸਤਸੰਗੀ ਜਨੋ, ਆਪ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਉਪਰੰਤ ਨਾਵੇਂ ਮਹੱਲੇ ਦੇ ਸ਼ਲੋਕ ਤੇ ਸਤਿਗੁਰ ਜੀ ਦੀ ਮੁਕੱਦਸ ਬਾਣੀ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਮੁੰਦਾਵਣੀ ਦਾ ਇਹ ਪਦਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो। जिसका सबस आधारो, जे को खावै जे को पुंचै, तिसका होए उधारो। ਇਹ ਵਸਤ ਤਜੀ ਨਹ ਜਾਏ, ਇਹਨੂੰ ਤਿਆਗਿਆ ਨਹੀਂ ਜਾ ਸਕਦਾ। ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਆਂ। ਜਨ ਨਾਨਕ ਬ੍ਰਹਮ ਪਸਾਰੋ। ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਦਿਹਾੜਾ ਹੈ ਜੀ। ਆਪ ਸਾਰਿਆਂ ਨੂੰ ਸੱਚੇ ਪਾਤਸ਼ਾਹ ਹਜ਼ੂਰ ਦੋਹਿਤਾ ਬਾਣੀ ਕਾ ਬੋਹਿਤਾ, ਤਹ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਮੁਬਾਰਕਾਂ, ਵਧਾਈਆਂ। ਧੰਨ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਬਾਬਤ, ਜੀਵਨ ਬਾਬਤ, ਉਹਨਾਂ ਦੇ ਗ੍ਰਹਿ ਵਿਖੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਸਨ, ਕੀ ਕੁਛ ਬਰਕਤਾਂ ਸਨ,
ਤੇ ਸਤਿਗੁਰ ਜੀ ਦੀ ਆਮਦ ਦਾ ਇਸ ਧਰਤੀ ਦੇ ਉੱਤੇ ਜਿਹੜਾ ਪਰਉਪਕਾਰ ਸੀ, ਉਹਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਸਕੀਏ। ਆਨੰਦ ਭਇਆ ਵੱਡ ਭਾਗਿਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਬਖਸ਼ੋ ਅਸੀਸ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿੰਨੇ ਆਪ ਇੱਥੇ ਮੌਜੂਦ ਹੋ, ਜਿੱਥੇ ਘਰ ਬੈਠੇ ਸਰਵਣ ਕਰ ਰਹੇ ਹੋ, ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਉਹ ਪਾਵਨ ਕੁੱਖ ਬੀਬੀ ਭਾਣੀ ਜੀ ਦੇ ਹਿਰਦੇ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਰਕਤ ਹੈ। ਗੁਰੂ ਘਰ ਦੀਆਂ ਵਡਿਆਈਆਂ ਨੇ, ਸੇਵਾਵਾਂ ਦੀ ਬਹੁਤ ਜ਼ਿਆਦਾ ਉੱਥੇ ਝੜੀ ਲੱਗੀ ਹੈ। ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀਆਂ ਸੇਵਾਵਾਂ ਵਿੱਚ ਹਾਜ਼ਰ ਨੇ। ਉੱਥੇ ਹੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ 1563 ਈਸਵੀ ਤੇ ਅੱਜ ਦੇ ਦਿਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪ੍ਰਕਾਸ਼ ਧਾਰਦੇ ਨੇ। ਉਹਨਾਂ ਦੀ ਆਮਦ ਗੋਬਿੰਦਵਾਲ ਸਾਹਿਬ ਦੀ ਧਰਤੀ ਹੈ। ਮਾਂ ਬੀਬੀ ਭਾਣੀ ਜੀ, ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਔਰ ਇਸ ਬਾਬਤ ਬਾਣੀ ਦਾ ਇਹ ਸ਼ਬਦ ਜ਼ਰੂਰ ਵਿਚਾਰਾਂਗੇ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਗੋਇੰਦਵਾਲ ਸਾਹਿਬ ਸੇ ਜੰਤ ਭਏ ਹਰਿਆਵਲੇ, ਕੁਲ ਕਾਇਨਾਤ ਦੇ ਜੰਤ ਜੀਵ ਮਨੁੱਖ, ਸੰਸਾਰੀ ਮਨੁੱਖ ਸਾਰੀ ਸੁਖ ਲੈ ਰਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੀਤੇ ਪਰਉਪਕਾਰਾਂ ਦਾ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਪ੍ਰਿਥਮੇ ਨਾਨਕ ਚੰਦ, ਜਗਤ ਭਇਓ ਆਨੰਦ। ਤਾਰਨ ਮਨੁੱਖ ਜਨ ਕੀਓ ਪ੍ਰਗਾਸ, ਗੁਰ ਅੰਗਦ ਭਇਓ ਨਿਧਾਨ। ਅਕਥ ਕਥਾ ਗਿਆਨ, ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ। ਗੁਰ ਅਮਰ ਗੁਰੂ ਸ੍ਰੀ ਸਤ, ਕਲਯੁਗ ਰਾਖੀ ਪਤ। ਅਗਨ ਦੇਖਤ ਗਤ, ਚਰਨ ਕਮਲ ਜਾਸ। ਸਭ ਵਿਦ ਮਾਨਿਓ ਮਨ, ਤਭੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। सतगुरु गुरु रामदास जी की वडियाई है। हम रुलते फिरते कोई बात ना पूछता, गुर सतगुर संग कीरे हम थापे। धन गुरु रामदास महाराज जी की ये बख्शिश गोइंदवाल साहब की धरती ते सेवा निभा रहे ने। सतगुरु गुरु अर्जुन साहब महाराज जी की आमद बीबी भाणी जी के गृह विखे उन्हां दी कुखों ये तीसरी औलाद का जन्म सी। सतगुरु गुरु रामदास महाराज जी के गृह विखे बड़ा पुत्र पृथ्वी चंद, दूसरा महादेव ते तीसरे धन गुरु अर्जुन साहब महाराज जी। इन्हां ने इस धरती नूं तारण वास्ते प्रकाश धारिया है। ते पृथ्वी चंद भी धन गुरु रामदास महाराज जी के पुत्र, पर बाबा पृथ्वी चंद दे विच ਅੱਗੇ ਵੱਧ ਕੇ ਧੱਕੇ ਨਾਲ ਖੋ ਖੋ ਕੇ ਦਿਖਾ ਦਿਖਾ ਕੇ ਦੂਜਿਆਂ ਨੂੰ ਧੱਕਾ ਮਾਰ ਮਾਰ ਕੇ ਨੀਮਾ ਦਿਖਾ ਦਿਖਾ ਕੇ ਸੇਵਾ ਕਰਨ ਦੀ ਬੜੀ ਇੱਕ ਆਦਤ ਪੱਕੀ ਹੋਈ ਸੀ। ਔਰ ਯਾਦ ਰੱਖਿਓ, ਗੁਰੂ ਘਰ ਦੇ ਵਿੱਚ ਜੇ ਧੱਕੇ ਮਾਰ ਮਾਰ ਕੇ ਸੇਵਾ ਲੋਗੇ ਤੇ ਸੱਚੀ ਮੁੱਚੀ ਸਤਿਗੁਰੂ ਇੱਕ ਵਾਰੀ ਧੱਕਾ ਹੀ ਮਾਰ ਦੇਗਾ। ਫਿਰ ਗੁਰੂ ਘਰ ਦੇ ਵਿੱਚ ਧੱਕਿਆਂ ਵਾਲੀ ਸੇਵਾ ਨਹੀਂ ਚੱਲਦੀ। ਕਾਹੇ ਪੂਤ ਝਗਰਤ ਹੋਂ ਸੰਗ ਬਾਪ, जिनके जने बडीरे तुम हो तिन स्यों झगरत पाप। जिस धन का तुम गर्भ करत हो सो धन किसह न आप। खिन में छोड़ जाए बिख्या रस तौ लागै पछताप। धन गुरु रामदास महाराज जी पृथ्वी चंद नूं सैकड़ी वारी समझाउंदे रहे, पुत्र जी बाबा पृथ्वी चंद इउं गुरु घर सेवा प्रवान नहीं है।
ਦੁਨੀਆ ਦੇ ਕਾਰਜ ਇਵੇਂ ਕੀਤੇ ਜਾ ਸਕਦੇ ਨੇ, ਪਰ ਦੁਨੀਆ ਦੇ ਕੀਤੇ ਕਾਰਜਾਂ ਤੇ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇੱਥੇ ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਜਿਹੜਾ ਪਿੱਛੇ ਹੋ ਕੇ ਲੁਕਵੇਂ ਢੰਗ ਵਿੱਚ ਸੇਵਾ ਕਰਦਾ ਹੈ ਉਹਨੂੰ ਗੁਰੂ ਸਭ ਤੋਂ ਵੱਡਾ ਆਗੂ ਬਣਾ ਦਿੰਦਾ ਹੈ, ਤੇ ਜਿਹੜੇ ਧੱਕੇ ਮਾਰ ਮਾਰ ਕੇ ਸੇਵਾ ਲੈਂਦਾ ਉਹਨੂੰ ਫਿਰ ਗੁਰੂ ਘਰ ਦੀ ਕੋਈ ਸੇਵਾ ਪ੍ਰਵਾਨ ਨਹੀਂ ਹੁੰਦੀ, ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਗੱਲ ਇੱਥੇ ਸੀ ਕਿ ਸਮਾਂ ਬਤੀਤ ਹੋਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੋਨੋਂ ਪੁੱਤਰਾਂ ਤੋਂ ਵੱਧ ਸਭ ਤੋਂ ਛੋਟਾ ਪੁੱਤਰ ਅਸਲ ਦੇ ਵਿੱਚ ਬਹੁਤ ਲਾਡਲਾ ਹੁੰਦਾ ਸਾਰੇ ਘਰ ਦੇ ਵਿੱਚ। ਜਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤੇ ਬਾਬਾ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜ਼ਿਆਦਾ ਸਮਾਂ ਜਿਸ ਵੇਲੇ ਸੰਗਤ ਦਰਸ਼ਨ ਕਰਨ ਆਉਂਦੀ, ਕੀਰਤਨ ਕਥਾ ਵਿਚਾਰਾਂ ਹੁੰਦੀਆਂ, ਸਭ ਕੁਝ ਹੋਣ ਤੋਂ ਬਾਅਦ ਜ਼ਿਆਦਾ ਸਮਾਂ ਫਿਰ ਆਪਣੇ ਕਮਰੇ ਆਪਣੇ ਗ੍ਰਹਿ ਵਿਖੇ ਬਤੀਤ ਕਰਦੇ। ਤੇ ਇਤਿਹਾਸ ਇਹ ਕਹਿੰਦਾ ਕਿ ਜਿਸ ਕਮਰੇ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਰਹਿੰਦੇ ਸਨ, ਉਸ ਕਮਰੇ ਦੇ ਬਾਹਰ ਵਾਲਾ ਕਮਰਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੀਬੀ ਭਾਨੀ ਦੇ ਸਭ ਤੋਂ ਛੋਟੇ ਪੁੱਤਰ ਉਹ ਵਿਹੜੇ ਵਿੱਚੋਂ ਖੇਡਦੇ ਖੇਡਦੇ ਹਰ ਵਾਰੀ ਧੰਨ ਗੁਰੂ ਅਮਰਦਾਸ ਜੀ ਦੇ ਕਮਰੇ ਵਿੱਚ ਆ ਜਾਂਦੇ ਸਨ। ਔਰ ਇਹ ਕਈ ਵਾਰੀ ਹੋਇਆ ਕਿ ਧੰਨ ਗੁਰੂ ਅਮਰਦਾਸ ਜੀ ਆਰਾਮ ਕਰਦੇ ਨੇ ਤੇ ਪੁੱਤਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਹੁਤ ਛੋਟੇ ਨੇ, ਹਜੇ ਕੁਛ ਮਹੀਨਿਆਂ ਦੀ ਜਾਂ ਇੰਝ ਕਹਿ ਲਓ ਕਿ 1.5 ਸਾਲ ਦੀ ਉਹਨਾਂ ਦੀ ਸਰੀਰਿਕ ਉਮਰ ਹੋਈ ਹੈ। ਤੇ ਵੱਡੇ ਵੱਡੇ ਲੱਕੜ ਦੇ ਦਰਵਾਜ਼ੇ ਜਿਹੜੇ ਉਸ ਵੇਲੇ ਭਾਰੀਆਂ ਚੌਖਟਾਂ ਦੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਨਾਨਾ ਜੀ ਕੋਲ ਹਮੇਸ਼ਾ ਉਹਨਾਂ ਬੋਈਆਂ ਨੂੰ ਖੋਲ ਕੇ ਧੱਕੇ ਦੇ ਨਾਲ ਉਸ ਕਮਰੇ ਵਿੱਚ ਪਹੁੰਚ ਜਾਂਦੇ। ਔਰ ਇਹ ਅਕਸਰ ਇੱਕ ਵਾਰੀ ਇਹ ਐਸੀ ਘਟਨਾ ਹੋਈ, ਬੂਆ ਤੇ ਅਕਸਰ ਖੋਲ ਲੈਣਾ, ਪਰ ਇੱਕ ਵਾਰੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਹੁਤ ਛੋਟੀ ਉਮਰ 1.5 ਸਾਲ 2 ਸਾਲ ਦੀ ਉਮਰ, ਛੋਟਾ ਰਿੜਦਾ ਸਰੀਰ, ਇੱਥੋਂ ਤੱਕ ਕਿ ਪੈਰਾਂ 'ਤੇ ਹਜੇ ਖੜੇ ਨਹੀਂ ਹੋਏ, ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੁਰਦੇ ਤੁਰਦੇ ਰਿੜਦੇ ਰਿੜਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਸ ਪਲੰਗ ਮੰਜੇ ਦੇ ਕੋਲ ਪਹੁੰਚੇ ਨੇ, ਔਰ ਐਸੇ ਧੱਕੇ ਨਾਲ ਐਸੇ ਜ਼ੋਰ ਨਾਲ ਉਸ ਪਲੰਗ ਦੇ ਪਾਹੇ ਨੂੰ ਬਾਹਾਂ ਤੇ ਲੱਤਾਂ ਮਾਰੀਆਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨੀਂਦ ਖੁੱਲੀ ਹੈ ਤੇ ਆਖਿਆ ਉਹਨਾਂ ਨੇ, ਇਹ ਕਿਹੜਾ ਭਾਰਾ ਪੁਰਖ ਆਇਆ ਜਿਨਨੇ ਸਾਡਾ ਮੰਜਾ ਲਾਇਆ। ਇੰਨੇ ਨੂੰ ਬੀਬੀ ਭਾਣੀ ਜੀ ਭੱਜੇ ਆਏ ਨੇ, ਪਿਤਾ ਗੁਰੂ ਜੀ ਬੇਅੰਤ ਭੁੱਲ ਮਾਫ ਕਰਿਓ, ਮੈਂ ਕੰਮ ਕਾਜ ਦੇ ਵਿੱਚ ਰੁੱਝ ਗਈ, ਮੈਂ ਵੇਖਿਆ ਨਹੀਂ ਕਿ ਪੁੱਤਰ ਜੀ ਇੱਥੇ ਆ ਗਏ, ਰੋਜ਼ ਤੁਹਾਨੂੰ ਇਹ ਪਰੇਸ਼ਾਨ ਕਰਦੇ ਨੇ, ਮੈਂ ਇਹਦੀ ਮਾਫੀ ਮੰਗਦੀ ਹਾਂ, ਤੁਹਾਡੀ ਨੀਂਦ ਦੇ ਵਿੱਚ ਖਲਲ ਪਿਆ, ਅੰਮ੍ਰਿਤ ਵੇਲੇ ਤੋਂ ਤੁਸੀਂ ਜਾਗੇ ਹੋਏ ਹੋ। ਕੁੱਲ ਸੰਗਤਾਂ 3-4 ਵਜੇ ਤੋਂ ਹੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਜੀ ਦੇ ਨਾਲ ਨੇਮ ਨਿਭਾਉਣ ਵਾਸਤੇ ਪਹੁੰਚਦੀਆਂ ਸਨ। ਮਾਫੀ ਮੰਗੀ ਬੀਬੀ ਭਾਣੀ ਜੀ ਨੇ, ਪਰ ਪਿਤਾ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਇਹ ਬਹੁਤ ਭਾਰਾ ਪੁਰਖ ਹੈ, ਇਹਨੂੰ ਜਗਤ ਦੇ ਵਿੱਚ ਮਾਫੀ ਮੰਗਣ ਨਹੀਂ, ਇਹ ਸਾਰੇ ਜਗਤ ਨੂੰ ਮਾਫ ਕਰਨ ਵਾਸਤੇ ਆਇਆ। ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਇੱਕ ਦਿਨ ਭੋਜਨ ਛਕਦੇ ਸਨ ਤੇ ਇਹ ਖਿੱਚ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ। ਐਸੀ ਖਿੱਚ ਨਾ ਪ੍ਰਿਥੀ ਚੰਦ ਵਿੱਚ ਸੀ ਤੇ ਨਾ ਐਸੀ ਖਿੱਚ ਮਹਾਦੇਵ ਵਿੱਚ ਹੋਈ। ਬੱਚੇ ਤੇ ਸਾਰੇ ਖੇਡੇ ਨੇ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ, ਪਰ ਜਿਹੜੀ ਖਿੱਚ ਗੁਰੂ ਅਮਰਦਾਸ ਜੀ ਦੀ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਈ ਤੇ ਗੁਰੂ ਅਰਜਨ ਸਾਹਿਬ ਦੀ ਦਾਦੇ ਦੇ ਲਈ, ਦਾਦਾ ਗੁਰੂ ਦੇ ਲਈ, ਗੁਰੂ ਅਮਰਦਾਸ ਜੀ ਦੇ ਲਈ, ਇਹ ਖੇਡਾਂ ਕਦੀ ਵੀ ਇਤਿਹਾਸ ਦੇ ਵਿੱਚੋਂ ਖੁੰਝਣੀਆਂ ਨਹੀਂ ਚਾਹੀਦੀਆਂ। ਬਾਣੀ ਜੇ ਇਹ ਬਚਨ ਕਰਦੀ ਹੈ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਲਈ ਕਿ ਪਿਓ ਦਾਦੇ ਜੇਵੇਹਾ ਪੋਤਾ ਪ੍ਰਵਾਨ, ਤੇ ਸੱਚੀ ਮੁੱਚੀ ਦਾਦੇ ਤੇ ਪੋਤੇ ਦੀ ਖੇਡ ਗੋਇੰਦਵਾਲ ਦੀ ਧਰਤੀ ਤੇ ਨਿਆਰੀ ਵਾਪਰੀ ਹੈ। ਜੇ ਜਾਓਗੇ ਹੁਣ ਕਿਥੇ ਗੋਇੰਦਵਾਲ ਸਾਹਿਬ ਤੇ ਤਿੱਥੇ ਦਾਦਾ ਗੁਰੂ ਅਮਰਦਾਸ ਜੀ ਨੂੰ ਵੀ ਚੇਤੇ ਕਰਿਓ ਤੇ ਉਥੇ ਪੋਤੇ ਗੁਰੂ ਅਰਜਨ ਸਾਹਿਬ ਜੀ ਦੀਆਂ ਖੇਡਾਂ ਚੇਤੇ ਕਰਿਓ ਉਸ ਸਮੇਂ ਦੀਆਂ, ਜਿਹੜੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਡੇ ਪੁਰਖਾਂ ਨੇ ਆਖੇ ਸਨ।
ਮਹਾਰਾਜ ਜੀ ਪ੍ਰਸ਼ਾਦਾ ਛਕਦੇ ਨੇ ਭੋਏ ਬਹਿ ਕੇ, ਵੱਡੇ ਥਾਲ ਦੇ ਵਿੱਚ, ਬਾਟਿਆਂ ਦੇ ਵਿੱਚ ਦਾਲ ਸਬਜ਼ੀ ਹੈ, ਪ੍ਰਸ਼ਾਦਾ ਹੈ। ਇਹਨੇ ਨੂੰ ਰਿੜਦੇ ਹੋਏ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਦਾਦਾ ਜੀ ਦੇ ਕੋਲ ਭੱਜੇ ਆਉਂਦੇ ਨੇ ਤੇ ਇੰਨੇ ਨੂੰ ਗੁਰੂ ਅਮਰਦਾਸ ਜੀ ਰੋਕਣ ਲੱਗਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਬਿਲਕੁਲ ਛੋਟਾ ਸਰੀਰ ਹੱਥ ਲੈ ਕੇ ਥਾਲ ਨੂੰ ਹੀ ਖਿੱਚ ਲੈਂਦੇ ਆ। ਮਹਾਰਾਜ ਜੀ ਦੇ ਹੱਥ ਦੇ ਵਿੱਚ ਪ੍ਰਸ਼ਾਦਾ ਰਹਿ ਜਾਂਦਾ ਹੈ ਤੇ ਉਹ ਗੁਰੂ ਅਰਜਨ ਸਾਹਿਬ ਜਿਸ ਵੇਲੇ ਥਾਲ ਨੂੰ ਖਿੱਚ ਕੇ ਆਪਣੇ ਵੱਲ ਲੈ ਜਾਂਦੇ ਆ ਤੇ ਗੁਰੂ ਅਮਰਦਾਸ ਮਹਾਰਾਜ ਸਹਿਜ ਸੁਭਾਏ ਕਹਿੰਦੇ, ਉਹ ਭਾਰੀ ਪੁਰਖਾ, ਥਾਲ ਦਾ ਤੂੰ ਹੀ ਮਾਲਕ ਹੈ, ਪਰ ਹਜੇ ਸਬਰ ਕਰ, ਹਜੇ ਵੇਲਾ ਨਹੀਂ ਆਇਆ। ਉਹੀ ਬਚਨ ਜਿਹੜਾ ਥਾਲ ਵਿੱਚ 3 ਵਸਤੂ ਪਈਓ, ਥਾਲ ਦਾ ਤੂੰ ਹੀ ਮਾਲਕ ਹੈ, ਇਹ ਤੇਰੇ ਹੀ ਭਾਗਾਂ ਦੇ ਵਿੱਚ ਬਖਸ਼ਿਸ਼ ਆਉਣੀ ਹੈ, ਵੱਡੇ ਪੁਰਖ ਥਾਲ ਨੂੰ ਤੂੰ ਹੀ ਲੈਣਾ, ਪਰ ਹਜੇ ਸਬਰ ਕਰ, ਹਜੇ ਤੇਰਾ ਥਾਲ ਨੂੰ ਲੈਣ ਦਾ ਵੇਲਾ ਨਹੀਂ ਆਇਆ। ਇਹ ਸਾਰੀਆਂ ਘਟਨਾ, ਇਹ ਸਾਰੇ ਸੱਚ ਗੋਬਿੰਦਵਾਲ ਸਾਹਿਬ ਦੀਆਂ ਇੱਕ ਇੱਕ ਇੱਟਾਂ, ਇਹ ਉੱਥੇ ਦੀ ਜੂੰ, ਉੱਥੇ ਦੀ ਵਨਸਪਤੀ, ਉੱਥੇ ਦੀਆਂ ਹਵਾਵਾਂ, ਇਹ ਸਾਖੀਆਂ ਰੁਮਕਦੀਆਂ ਨੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦਾਦਾ ਜੀ ਤੇ ਗੁਰੂ ਅਰਜਨ ਸਾਹਿਬ ਪੋਤਾ ਜੀ ਦਾ ਪਿਆਰ ਦੇਖਿਆ। ਪਰਸੋਂ ਰੋਜ਼ ਨੂੰ ਅਸੀਂ ਪੋਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਅੱਜ ਦਾਦਾ ਗੁਰੂ ਅਰਜਨ ਸਾਹਿਬ ਜੀ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਹੈ ਖੇਡ ਸਾਰੀ ਦਾਦੇ ਪੋਤੇ ਦੀ, ਹੈ ਖੇਡ ਸਾਰੀ ਪਿਤਾ ਪੁਰਖੀ ਇਸ ਘਰ ਦੇ ਵਿੱਚ, ਪਰ ਪਿਤਾ ਪੁਰਖੀ ਤੇ ਪ੍ਰਿਥੀ ਚੰਦ ਵੀ ਹੈ, ਮਹਾਦੇਵ ਵੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਹਜੇ ਹੋਰ ਕੌਤਕ ਵਿਚਾਰਨ ਬੈਠੀਏ ਤੇ ਬੇਅੰਤ ਨੇ। ਬੀਬੀ ਭਾਣੀ ਜੀ ਦਾ ਸੇਵਾਵਾਂ ਕਰਨੀਆਂ ਤੇ ਗੁਰੂ ਅਰਜਨ ਸਾਹਿਬ ਨੂੰ ਗੋਦ ਵਿੱਚ ਬਿਠਾ ਕੇ ਮਾਂ ਭਾਣੀ ਨੇ ਸਦਾ ਹੀ ਬਾਣੀ ਦਾ ਜਾਪ ਤੇ ਨੇਮ ਕਰਨਾ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ, ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹਨਾਂ ਨੇਮਾਂ ਨੂੰ ਸਦਾ ਹੀ ਜਪਣਾ ਤੇ ਜਪਾਉਣਾ। ਤੇ ਐਸੀ ਬਰਕਤ ਮਾਂ ਭਾਣੀ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀ, ਜਿਹੜੀ ਇਸ ਧਰਤੀ ਤੇ ਬੜੀ ਵਿਲੱਖਣ ਸੀ। ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਉਹ ਗੁਰੂ ਕੇ ਸਿੱਖੋ, ਅੱਜ ਮਾਂ ਭਾਣੀ ਦੀ ਗੋਦ ਦਾ ਨਿੱਘ ਮਾਣੋ ਤੇ ਇਉਂ ਪ੍ਰਤੱਖ ਮਹਿਸੂਸ ਕਰੋ ਕਿ ਆਸ਼ੀਰਵਾਦ ਕੱਲਾ ਗੁਰੂ ਅਰਜਨ ਸਾਹਿਬ ਨਹੀਂ, ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਸਿੱਖੋ, ਮੇਰੀ ਮਾਂ ਦਾ ਆਸ਼ੀਰਵਾਦ ਤੁਹਾਡੇ ਲਈ ਵੀ ਹੈ, ਸਾਰਿਆਂ ਲਈ ਵੀ ਹੈ। ਕਿ ਮੇਰੀ ਪੁੱਤਰੋ ਧੀਓ ਸੁਣੋ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਆ ਪ੍ਰੀਤ ਨਾ ਛੱਡਿਓ। ਦੁਨੀਆ ਦੀਆਂ ਸਾਰੀਆਂ ਪ੍ਰੀਤੀਆਂ, ਸਾਰੇ ਪ੍ਰੀਤ ਪ੍ਰੇਮ ਮੋਹ ਇੱਕ ਦਿਨ ਫਨਾ ਹੋ ਜਾਣਗੇ। ਗੁਰੂ ਦਾ ਪਿਆਰ ਇਸ ਧਰਤੀ ਤੇ ਸਦਾ ਬਣਿਆ ਰਹੇਗਾ। ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰੀਤ ਕਦੀ ਨਹੀਂ ਮੁੱਕੇਗੀ। ਸਤਿਗੁਰ ਤੁਮਕੋ ਹੋਏ ਦਇਆਲਾ। ਜਪੋ ਜੀ। ਪੂਤਾ ਮਾਤਾ ਕੀ ਆਸੀਸ, ਪੂਤਾ ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਨਿਮਖ ਨਾ ਬਿਸਰੋ ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼। ਅੱਜ ਦੇ ਦਿਨ ਇਹ ਬਾਣੀ ਦਾ ਪ੍ਰਤੱਖ ਬਚਨ ਨਾ ਸਿਰਫ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਬਲਕਿ ਜਿਸ ਧਰਤੀ ਦੇ ਖੇਤੇ ਤੇ ਬੈਠ ਕੇ ਸਿੱਖ ਚੇਤੇ ਕਰੇਗਾ, ਉਥੇ ਸਮਝਿਓ ਉਸ ਗੋਬਿੰਦ ਦਾ ਗੋਬਿੰਦਵਾਲ ਪ੍ਰਗਟ ਹੋਏਗਾ, ਉਸ ਗੋਇੰਦਵਾਲ ਸਾਹਿਬ ਦੀਆਂ ਬਰਕਤਾਂ ਪ੍ਰਗਟ ਹੋਣਗੀਆਂ। ਸਤਿਗੁਰ ਤੁਮਕੋ ਹੋਏ ਦਿਆਲਾ। ਆ ਜਿਹੜੀ ਸੰਤ ਸੰਗ ਦੀ ਤੁਸੀਂ ਪ੍ਰੀਤ ਕਰ ਰਹੇ ਹੋ, ਇਹ ਦਿਆਲ ਹੈ ਸਤਿਗੁਰ ਤੁਹਾਡੇ ਤੇ। ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ, ਪਰਮੇਸ਼ਰ ਢਾਕੀ, ਭੋਜਨ ਕੀਰਤਨ ਨੀਤ। ਇਹ ਜਿਹੜਾ ਭੋਜਨ ਤੁਸੀਂ ਛਕਣ ਆਉਂਦੇ ਹੋ ਬਾਣੀ ਦਾ, ਇਸ ਭੋਜਨ ਦੇ ਵਿੱਚ ਕਦੀ ਭੁੱਖ ਨਹੀਂ ਲੱਗੇਗੀ। ਅੰਦਰ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਨੂੰ
मिटाउण वाला ये नाम दा भोजन है। ये ऐसा कपड़ा है नाम बाणी संगत दा कि ये साडे मैले कर्मां दे नंगेज नूं सदा लई ढक लेगा। इत्थे भी ढकेगा ते पार ब्रह्म परमेश्वर दी दरगाह दे विच इत्थे उत्थे रखवाला प्रभ सतगुर दीन दयाला। ये ऐसी बरकत है जिस बरकत नूं सतपुरख जिन जानिया सतगुर तिसका नाम तिसकै संग सिख उधरै नानक हर गुण गाओ। एक काम करो कि भाई सतपुरख सतगुरु इको ही रूप है। गुरु अर्जुन साहब ते सतपुरख च भेद ना जानियो। ते जे गुरु अर्जुन साहब कहते सतगुर सिख की करे प्रतिपाल, सेवक को गुर सदा दयाल। सिख की गुर दुर्मत मल हिरै, गुर बचनी हर नाम उचरै। सतगुर सिख कै बंधन काट है, गुर का सिख विकार ते हट है। सतगुर सिख को नाम धन दे, गुर का सिख वडभागी है। सतगुर सिख का हलत पलत सवारै नानक, सतगुर सिख को जी नाल। बस आ पदा पढ़ लो। गुरु अर्जुन साहब दी इस धरती ते आमद बस इसी वास्ते है, सेवक नूं सिख नूं तारण वास्ते है। सेवक जिथे सिख गुरु नूं चेते करेगा, गुरु अर्जुन साहब उन्होंने अपने सीने दा निग देगा। उन्होंने जी दे नाल ला के घुट वकड़ी ला के उहदा हलत पलत सवारेगा। धन गुरु अर्जुन साहब महाराज जी समा बतीत होया, गुरु अमरदास महाराज जी ज्योति जोत समावण लगे ने। सुंदर जी होरां ने ये बचन लिखे ने, अंते सतगुर बोलिया मैं पिछै, कीर्तन करियो निर्वाण जियो, केसो पंडित गोपाल सदियो, हर हर कथा पढ़ियो पुराण जियो। ये जिक्र किया कि भाई मेरे पिछे फिर ये बिरलाप नहीं करना, सिर्फ कीर्तन ते कथा बाणी पढ़नी है। सारे परिवार नूं सदिया ते सतगुर जी ने धन गुरु रामदास महाराज जी नूं गुरता गद्दी दा तिलक दिता है कि भाई कोई भी इस धरती ते शंका ना करो, सब मित पुत भाई सारे आओ ते गुरु रामदास जी दे चरणां विच ने वो सीस झुकाओ। सतगुरु गुरु रामदास जी गुरता गद्दी दे मालक बने। हुक्म ये होया कि तुसां गोइंदवाल दी धरती ते नहीं टिकना, तुसी इत्थों उस धरती ते जाओ जिस धरती ते गुरु नानक साहब ने चरण पाए सन। अज उस धरती का नाम है अमृतसर साहब, जिन्हों पहला सब तो पहला धन गुरु रामदास महाराज जी दे पवित्र पावन चरण पए ने। उस धरती का नाम रामसर पिया है। रामसर की धरती ते पहुंचे ने। उस धरती ते सब तो पुरातन स्थान गुरु का महल, उस थां ते टिकाणा किया गुरु रामदास जी ने। तीनों पुत्र आए ने। यह हुक्म होया कि उत्थे सरोवर की बनतर होनी है। गुरु रामदास जी ने पहला सरोवर जिहड़ा हरमंदर साहब, अमृतसर साहब, आ सारी धरती जिथे 5 सरोवर ने, पहला पुरातन सरोवर जिहड़ा बनाया वो सी संतोख सर, संतोख सरोवर। ओदी पटाई कराउण तो बाद फिर सतगुरु जी ने बाकी सरोवर, क्योंकि कला संतोख सर नहीं, उस तो बाद दरबार साहब का सरोवर है, उथे ही रामसर साहब है, उथे ही विवेकसर साहब है। ये सारे सरोवरां की पटाई धन गुरु रामदास महाराज जी ने कराई। ते सतगुरु गुरु अर्जुन साहब महाराज जी सेवावां करते ने इस धरती दे उत्ते। ज्यों जो सिख आउंदे ने, पर किथे भी इतिहास ये नहीं कहता कि गुरु अर्जुन साहब ने कदी अगे वध के सेवा कीता होवे। सेवा बहुत करनी, पर सेवा करके सदा ही पिछे हो जाना। ते पर पृथ्वी चंद होरां दा सुभाअ सी सेवा करनी ते सदा अखां 'च दिखाउणा कि मैं भी हाँ। लाहौर दी भेजण दी वारी आई, उत्थे शरीकां दा, उत्थे रिश्तेदारां दा विआह धरिया। गुरु रामदास जी कहंदे पृथ्वी चंद जी तुसी चले जाओ, सब तो वड्डे हो। ते पृथ्वी चंद नूं यह भुलेखा पै गया। बाबा पृथ्वी चंद कहंदे गुरु रामदास पिता जी, जे मैं चला गया तो पिछों सामभण वाला कोई नहीं होना, सारे मसंदा नूं मैं सामदा, सारा इस धरती ते आउण वालियां भेटावां सारे सिख संगत दियां दित्तियां जाण वालियां
ਭੇਟਾਵਾਂ ਨੂੰ ਸਾਰੇ ਲੇਖੇ ਜੋਖੇ ਮੇਰੇ ਕੋਲ ਹੈ, ਪ੍ਰਚਾਰ ਦਾ ਲੇਖਾ ਜੋਖਾ ਮੇਰੇ ਕੋਲ ਹੈ। ਜੇ ਮੈਂ ਲਾਹੌਰ ਚਲਾ ਗਿਆ ਕਿੰਨੇ ਸਾਂਭਣਾ? ਗੁਰੂ ਰਾਮਦਾਸ ਜੀ ਕਹਿੰਦੇ ਭੁਲੇਖਾ ਨਾ ਰੱਖੋ ਭਾਈ, ਗੁਰੂ ਘਰ ਦੇ ਵਿੱਚ ਬਹੁਤ ਅਨੰਦ ਸਿੱਖ ਨੇ ਜਿਹੜੇ ਸਦਾ ਹੀ ਸਾਂਭਦੇ ਆ ਰਹੇ ਨੇ ਤੇ ਸਾਂਭੇ ਜਾਣਗੇ। ਤੇ ਕੋਰਾ ਨਾ ਕਰ ਦਿੱਤੀ ਪ੍ਰਿਥੀ ਚੰਦ ਜੀ ਨੇ। ਉੱਥੋਂ ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਗੱਲ ਸਮਝ ਲਈ ਕਿ ਇਹ ਹੁਕਮ ਤੋਂ ਆਕੀ ਹੋ ਚੁੱਕੇ ਨੇ। ਜਿਸ ਸਿਰ ਉੱਤੇ ਦਿਖਾਵਾ ਮਾਇਆ ਦਾ ਪ੍ਰਪੰਚ ਨਾਚ ਕਰਨ ਲੱਗ ਜੇ ਫਿਰ ਗੁਰੂ ਤੋਂ ਖੁਸ਼ੀ ਨਹੀਂ ਲੈਂਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਭੇਜਣ ਤੋਂ ਪਹਿਲਾਂ ਮਹਾਦੇਵ ਨੂੰ ਆਖਿਆ, ਉਹ ਕਹਿੰਦੇ ਜੀ ਨਹੀਂ, ਸਾਡਾ ਤੇ ਮਨ ਸਦਾ ਹੀ ਧਿਆਨ 'ਚ ਟਿਕਿਆ ਰਹਿੰਦਾ ਹੈ, ਅਸੀਂ ਧਿਆਨ ਤੋਂ ਬਿਨਾਂ ਗ੍ਰਸਤ ਨਹੀਂ ਕਰਨਾ। ਫਿਰ ਗੁਰੂ ਅਰਜਨ ਸਾਹਿਬ ਨੂੰ ਹੁਕਮ ਕਰਨ ਲੱਗੇ ਤੇ ਗੁਰੂ ਅਰਜਨ ਸਾਹਿਬ ਨੇ ਆਪ ਮੁਹਾਰੇ ਹੋ ਕੇ ਕਿਹਾ, ਸਤਿਗੁਰੂ ਗੁਰੂ ਰਾਮਦਾਸ ਜੀ ਅਸੀਂ ਚਲੇ ਜਾਂਦੇ ਹਾਂ। ਪਰ ਗੁਰੂ ਰਾਮਦਾਸ ਜੀ ਨੇ ਕਿਹਾ, ਪੁੱਤਰ ਜੀ ਤੁਸੀਂ ਜਾ ਤੇ ਰਹੇ ਹੋ, ਪਰ ਇਹ ਨਾ ਪੁੱਛਿਓ ਕਿ ਤੁਹਾਨੂੰ ਵਾਪਸ ਕਦ ਆਉਣਾ ਹੈ। ਉੱਥੇ ਜਾਣਾ ਹੈ, ਬਹੁਤ ਵੱਡੇ ਕਾਰਜ ਸਿਰਜੇ ਜਾ ਰਹੇ ਨੇ ਔਰ ਜਿੰਨੀ ਹੋ ਸਕੇ ਉੱਥੇ ਸੇਵਾ ਕਰਨੀ ਹੈ, ਸੰਭਾਲ ਕਰਨੀ ਹੈ, ਸਾਰਿਆਂ ਦਾ ਧਿਆਨ ਰੱਖਣਾ ਹੈ। ਮਿੱਠ ਬੋਲੜਾ ਸਤ ਕਰਕੇ ਜੀ ਵਾਪਸ। ਕਹਿੰਦੇ ਅਗਲੇ ਹੁਕਮ ਤੱਕ ਤੁਸਾਂ ਨੇ ਲਾਹੌਰ ਤੋਂ ਵਾਪਸ ਨਹੀਂ ਆਉਣਾ। ਔਰ ਬਹੁਤ ਸਮਾਂ ਉੱਥੇ ਬਤੀਤ ਹੋਇਆ, ਕਈ ਮਹੀਨੇ ਲੰਘੇ, ਕੋਈ ਚਿੱਠੀ ਪੱਤਰ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਵੱਲ ਅੰਮ੍ਰਿਤਸਰ ਦੀ ਧਰਤੀ ਤੇ ਚਿੱਠੀ ਲਿਖੀ ਹੈ। ਉਹ ਚਿੱਠੀ ਪ੍ਰਿਥੀ ਚੰਦ ਆਪਣੇ ਕੋਲ ਰੱਖ ਕੇ ਗੁਰੂ ਰਾਮਦਾਸ ਤੱਕ ਪਹੁੰਚਾਉਂਦਾ ਹੀ ਨਹੀਂ ਸੀ। ਉਹ ਚਾਹੁੰਦਾ ਸੀ ਕਿ ਗੁਰੂ ਅਰਜਨ ਸਾਹਿਬ ਇਸ ਧਰਤੀ ਤੇ ਨਾ ਹੀ ਆਉਣ ਤੇ ਚੰਗਾ, ਉੱਥੇ ਹੀ ਰਹਿਣ, ਕਿਉਂਕਿ ਸ਼ੋਭਾ ਬੜੀ ਹੈ, ਬਰਕਤ ਬੜੀ ਹੈ, ਬਹੁਤ ਸਤਿਕਾਰ ਹੈ ਤੇ ਗੁਰੂ ਰਾਮਦਾਸ ਜੀ ਦੇ ਨਾਲ ਬੈਠਦੇ ਨੇ। ਗੁਰੂ ਰਾਮਦਾਸ ਜੀ ਪਿਆਰ ਵਿਸ਼ਵਾਸ ਬੜਾ ਕਰਦੇ ਨੇ। ਹੁਣ ਜੇ ਗੁਰੂ ਅਰਜਨ ਸਾਹਿਬ ਇੱਥੇ ਨਹੀਂ ਹੈ ਤੇ ਮੈਂ ਪਿਆਰ ਵਿਸ਼ਵਾਸ ਇੱਥੇ ਜਿੱਤ ਲਾਂ, ਪਰ ਕਿਵੇਂ ਜਿੱਤੇ? ਮਨ 'ਚ ਝਗੜਾ ਹੈ, ਮਨ 'ਚ ਜਿਸ ਧਨ ਕਾ ਤੁਮ ਗਰਭ ਕਰਤ ਹੋ। ਗਰਭ ਹੈ ਜੀ, ਸਾਰਾ ਧਨ ਮੈਂ ਸਾਂਭਦਾ, ਸਾਰਾ ਕੁਝ ਮੈਂ ਸਾਂਭਦਾ। ਕਈ ਚਿੱਠੀਆਂ ਲਿਖੀਆਂ, ਇੱਕ ਤੇ ਉਹਦੇ ਵਿੱਚੋਂ ਇਤਿਹਾਸ ਇਹ ਵੀ ਕਹਿੰਦਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਇਹ ਵੀ ਸਤਿਗੁਰ ਜੀ ਨੇ ਜਿਸ ਵੇਲੇ ਬਾਣੀ ਉਚਾਰੀ ਹੈ ਉਸ ਵੇਲੇ ਫਿਰ ਇਹ ਸ਼ਬਦ ਵੀ ਉਚਾਰਿਆ ਸਤਿਗੁਰ ਜੀ ਨੇ ਕਿ ਇਹ ਇੱਕ ਗੁਰੂ ਤੇ ਸਿੱਖ ਦੀ ਪ੍ਰੀਤ ਦਾ ਸੱਚ ਹੈ ਕਿ ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜਿਉ ਹੋਂ ਘੋਲੀ, ਜਿਉ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ। ਗੁਰੂ ਦੇ ਦਰਸ਼ਨ ਤੋਂ ਬਿਨਾ ਜੀਵਨ ਸੁੱਕਾ ਹੈ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਿਸ ਵੇਲੇ ਗੁਰਤਾ ਗੱਦੀ ਦੇਣੀ ਹੈ, ਉਹਦਾ ਕਾਰਨ ਕੀ ਹੈ? ਉਹਦੀ ਦੂਰ ਅੰਦੇਸ਼ੀ ਗੁਰੂ ਰਾਮਦਾਸ ਜੀ ਨੂੰ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਜਿਹੜੇ ਕਾਰਜ ਕਰਨੇ ਨੇ ਉਹ ਕਾਰਜ ਇਸ ਧਰਤੀ ਤੇ ਕਿਸੇ ਨੇ ਨਹੀਂ ਕਾਰਜ ਕਰਕੇ ਦਿਖਾਉਣੇ। ਪਹਿਲਾਂ ਇਹ ਥਾਲ ਤੇ ਪਰੋਸਣਾ ਗੁਰੂ ਅਰਜਨ ਸਾਹਿਬ ਜੀ ਨੇ, ਪਰ ਦੂਸਰਾ ਕਾਰਜ ਤੱਤੀ ਤਵੀ ਤੇ ਵੀ ਬੈਠ ਕੇ ਠੰਡੇ ਤੇ ਮਿੱਠੇ ਹੀ ਰਹਿਣਾ। ਤੱਤੀ ਤਵੀ ਤੇ ਵੀ ਬੈਠ ਕੇ ਕਿਸੇ ਨੂੰ ਮਾੜਾ ਜਾਂ ਉੱਚਾ ਨਹੀਂ ਬੋਲਣਾ। ਉਥੇ ਬੈਠ ਕੇ ਵੀ ਇਹ ਕਹਿਣਾ ਕਿ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ। ਇਹ ਪ੍ਰੀਖਿਆ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਦੀ ਧਰਤੀ ਤੇ ਬੈਠ ਕੇ ਦਿਖਾਤੀ ਕਿ ਸਬਰ ਤੇ ਹੁਕਮ ਕਮਾਉਣਾ ਜੇ ਕੁਛ ਹੈ ਇਸ ਧਰਤੀ ਤੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੂਰਤ ਹੈ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕੀਤਾ ਕੀ? ਇੱਕ ਸਭ ਤੋਂ ਵੱਡਾ ਕਾਰਜ ਇਹ ਕੀਤਾ ਕਿ ਅੱਜ ਵੀ ਗੁਰੂ ਕੇ ਸਿੱਖ ਇਹ ਕਹਿੰਦੇ ਹੈ ਨਾ ਕਿ ਅਸੀਂ ਬੜੇ ਅਭਾਗੀ ਹਾਂ। ਕਹਿੰਦੇ ਜੀ ਕਿਉਂ? ਕਹਿੰਦੇ ਜੀ ਅਸੀਂ ਗੁਰੂ ਕਾਲ ਵੇਲੇ ਜਨਮੇ ਨਹੀਂ। ਜੇ ਗੁਰੂ ਕਾਲ ਵੇਲੇ ਜਨਮੇ ਹੁੰਦੇ, ਗੁਰੂ ਦੇ ਦਰਸ਼ਨ ਕੀਤੇ ਹੁੰਦੇ, ਗੁਰੂ ਦੇ ਨਾਲ ਸਮਾਂ ਬਤੀਤ ਕੀਤਾ ਹੁੰਦਾ ਤੇ ਅਸੀਂ ਬੜੇ ਭਾਗਾਂ ਵਾਲੇ ਹੁੰਦੇ। ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਉਹ ਦੁਨੀਆ ਦੇ ਲੋਕੋ, ਮੈਂ ਤੁਹਾਨੂੰ ਐਸੀ ਕਲਾ ਐਸੀ ਦਾਤ ਦੇ ਕੇ ਜਾ ਰਿਹਾ, ਮੈਂ ਆਪਣਾ ਆਪ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਇਸ ਸ਼ਬਦ ਵਿੱਚ ਟਿਕਾ ਕੇ ਜਾ ਰਿਹਾ। ਜਿਹੜੇ ਵੀ ਸਮੇਂ ਕਾਲ ਜਿਹੜੀ ਵੀ ਥਾਂ ਤੇ ਗੁਰੂ ਕਾ ਸਿੱਖ ਪ੍ਰਗਟ ਹੋਏਗਾ ਆਏਗਾ, ਉਹ ਆਪਣੇ ਆਪ ਨੂੰ ਸਦਾ ਹੀ ਗੁਰੂ ਦੇ ਸਨਮੁਖ ਤੇ ਗੁਰੂ ਦੇ ਹਾਜ਼ਰ ਹਜ਼ੂਰ ਪਾਏਗਾ। ਉਹ ਕਦੀ ਇਹ ਨਹੀਂ ਕਹੇਗਾ ਜਿਸ ਤਰ੍ਹਾਂ ਦੁਨੀਆ ਦੇ ਲੋਕ ਇਸਲਾਮ 'ਚ ਬੜਾ ਕਹਿੰਦੇ ਆ ਕਿ ਅਸੀਂ ਮੰਦ ਭਾਗੇ ਹਾਂ, ਅਸੀਂ ਵੀ ਕਦੀ ਮੁਹੰਮਦ ਸਾਹਿਬ ਦੇ ਸਮੇਂ ਦੇ ਹੁੰਦੇ। ਕ੍ਰਿਸਚਨ ਬਾਈਬਲ ਦੇ ਵਿੱਚ ਤੇ ਬਕਾਇਦਾ ਜੌਨਸ ਦੀਆਂ ਲੈਟਰ ਦੇ ਵਿੱਚ ਇਹ ਲਿਖਿਆ ਹੋਇਆ ਕਿ ਵੀ ਆਰ ਦਾ ਮੋਸਟ ਅਨਫੋਰਚੂਨੇਟ ਪਰਸਨ ਔਨ ਦਿਸ ਪਲੈਨਟ ਅਰਥ।
क्योंकि असी बाद च आए। पर गुरु अर्जुन साहब ने कहा, ओ धरती दे लोको, ये शब्द ऐसी दात दे के जा रहा मैं, जिथे मर्जी जिस धरती ते जिथे मर्जी खिते ते एक बारी नहीं, सैकड़े रूप दे विच एक एक थां ते कट्ठे भी जे कोई बैठ के अपने आप नूं गुरु दे सन्मुख मौजूद करना चाहुंदा है ते फिर एक काम करे, हम धनवंत भागट सच ना, ये कहना ही नहीं कि असी माड़े भागां वाले हां। ये गुरु अर्जुन साहब कहंदे कि अपने आप नूं वड्डे भाग कहो कि गुरु ते सदा हाਜ਼ਰ नाਜ਼ਰ है। ये जिहड़ा थाल परोसिया है ना, गुरु अर्जुन साहब ने भाई गुरदास जी दे एक प्रश्न का उत्तर दिता सी कि सच्चे पातशाह हुण ते गुरु देह दे विच है, हुण ते गुरु के सिख आके देह दे दीदार करके तृप्त होंदे है, ते रहिंदी धरती तक ये धरती दे लोकां नूं ठंड किवें पएगी। ते गुरु अर्जुन साहब कहंदे, भाई गुरदास ते बाबा बुढ़ा सुनो एक गल, असीं इस धरती ते शब्द दी ऐसी कला वरता दांगे, एक थां ते गुरु दे करके मौजूद होंदा है, पर ये गुरु ते करोड़ां थावां ते इक्को वार दे विच मौजूद हो जाएगा, करोड़ां थावां ते। धरती दे जेड़े ये है गुरु अर्जुन साहब महाराज जी दी आमत, जिन्हों भट्ट जी बिल्कुल बिल्कुल बेखौफ होके कहंदे है, कहंदे ना इस धरती दे उत्ते इंद्र देवते, ना शिव जी, ना ब्रह्मा जी, ना विष्णु जी, ते ना 33 करोड़। कहंदे जे सारे भी एक थां ते इकट्ठे कर लियो, भाई ये मेरे बचन नहीं है, बाणी दे बचन ने, किथे मन च ना कहो कि किसी लई बुरा नहीं, सब दा सत्कार है, पर जो बाणी च कहंदे जी 33 करोड़ भी इकट्ठे बिठा लो, जेड़े कहंदे आ उन्हां दे इतिहास च कि हैगे, कहंदे जे सारे भी इकट्ठे बह जाण तां भी गुरु अर्जुन साहब दी उस्तत नहीं गा सकणगे, तां भी गुरु अर्जुन साहब दा अंत नहीं पा सकणगे। अंत ना पावत देव सबै मुन, सारे देवते इकट्ठे कर लो नहीं अंत पाएगा। अंत ना पावै देव सबै मुन, इंद्र सब तो वड्डा, ते फिर देवतियां दा देव महादेव जिन्हों कह, इंद्र महाशिव जोग करी, कहंदे जोग जिन्ने मर्जी करा लो इन्हां तो, कहंदे ये भी जे लग जाण ना गुरु अर्जुन साहब दा अंत पाउण, अंत ना पावत देव सबै मुन, इंद्र महाशिव देव करी। फिर इस तो बाद ब्रह्मा जी नूं वेदां दा ज्ञाता किया गया, वेदां दा सिरजनहार किया गया। फुन वेद बिरंच, बिरंच कहंदे ब्रह्मा जी, फुन वेद बिरंच विचार रहे हो, कहंदे ब्रह्मा जी नूं बिठा दो, जे वो सारे सारे समय दे विच जिन्ना समा इस धरती दा जां जुगां दा, चारों जुगां दा समा ब्रह्मा जी वेदां दी विचार भी करते रहे। फुन वेद बिरंच विचार रहो, हर जाप ना छाडो, एक घड़ी कहो कि ब्रह्मा जी एक खिन भी रुकना नहीं है, लगातार जपते रहो, तावी मथुरा जन को प्रभ दीन दयाल है, संगत सृष्ट उधार करी, रामदास गुरु जग तारण को, गुरजोत अर्जुन माहे धरी। ये सारे भी इकट्ठे हो जान, जेड़ा परोपकार गुरु अर्जुन साहब थाल ये परोस के गुरु ग्रंथ साहब जी का कर गए, भाई अपने आप नूं कदी मंद भागा ना समझो। गुरु सदा गुरु अर्जुन साहब जी वाहिद गुरु इस तखत ते शुभ शोभित ने, ते ये महसूस करो हम धनवंत भागट सच नाए, हर गुण गाए सहज सुभाए, पीऊ दादे का खोल डिठा खजाना। कर दीदार गुरु अर्जुन साहब बोलणगे, तेरे नाल गल करनगे सिखा। किथे नहीं गए गुरु अर्जुन साहब, किथे नहीं गए गुरु नानक साहब, इत्थे ही ने ते सदा ही रहणगे। ये शब्द दी कला ऐसी वरता कि प्रतख हर भी ये विच है ते प्रतख गुरु भी ये विच है, सदा ही है। आद अंत समय दी इकाई ते सीमित है, पर गुरु ग्रंथ साहब जी दे समय दी इकाई तो भी बाहर है। समय दी जेड़ी मर्जी ते धरती दे जेड़ी मर्जी खिते ते तू एक काम करी, पीऊ दादे का खोल डिठा खजाना, ता मेरा मन भया निधाना, रतन लाल जाका कछू ना मोल, भरे भंडार अखूट अतोल, खावह खर्चा। बस एक कम कर ली, रल मिल के संगत च बह जी, ते याद करी कल जुग जहाज, अर्जुन गुरु सगल सृष्ट लग, बेहतरो जब लो नहीं भाग, लिलार उदय तब लो भ्रमते फिरते बहुत आयो, कल घोर समुद्र में बूडत ते कबहू मिट है नहीं रे पछतायो। पछतावा उन्ना चिर तक है जिन्ना चिर तक चेता नहीं।
तत् विचार यह मथुरा, जग तारण को अवतार बनायो। जपियो जिन अर्जुन देव गुरु, जपियो जिन अर्जुन देव गुरु। जपो जी। फिर संकट जोन गर्भ न आयो, फिर संकट जोन गर्भ न आयो। जोन गर्भ न आयो, संकट जोन गर्भ न आयो। जपियो जिन अर्जुन देव गुरु, जपियो जिन अर्जुन देव गुरु। जपियो जिन अर्जुन देव गुरु, जपियो जिन अर्जुन देव गुरु। सतगुरु गुरु अर्जुन साहब महाराज जी प्रतख हर गुरु नानक साहब दी जोत इस धरती नूं बहुत वड्डी दात दित्ती, शब्द दी दात दित्ती। रहंदे गुर दरियाओ विच, इस शब्द दे दरिया दे विच गुरु हैगे, सदा ही हैगे। मीन कुलीन हेत निर्माणी, जिस तरह मच्छी दी प्रीत पानी नाल है, गुरु अर्जुन साहब दी प्रीत निरंकार स्वामी नाल है, सदा ही रहेगी, कोई भन नहीं सकदा। आप सारिਆਂ ਨੂੰ गुरु अर्जुन साहब जी दे पावन प्रकाश दिहाड़े ਦੀਆਂ ਮੁਬਾਰਕਾਂ। गोविंदवाल साहब की धरती, सतगुरु सच्चे पातशाह 1653 ईस्वी, गुरु रामदास महाराज जी का ग्रह, पिता गुरु रामदास जी, माता भानी जी की कुख। सारिਆਂ ਨੂੰ आप जी ਨੂੰ गुरु अर्जुन साहब जी के प्रकाश दिहाड़े ਦੀਆਂ मुबारਕਾਂ। महाराज जी आप जी तत्ती तवी ते बह के भी ठंडे सो, करो किरपा दुखां रोगां तो तपदी इस लुकाई नूं गुरु अर्जुन साहब जी आप ही ठंड वरताओ। आप जी दे ही शब्द दे रूप दे विच अरदास है, सच्चे पातशाह सारे रोगां तो, सारे कलेशां तो सब्बे जी संभाल, अपनी मेहर कर, अन पानी मुच उपाए, दुख दालद भन धर। अरदास सुनी दातार, कोई सृष्ट ठहर ले वो कंठ लगाए। अपदा सब हर नानक नाम त्याए, प्रभ का सफल कर। मुबारकां खुशियां सतगुर जी भली करन, रोगां तो बचाउण। फतेह बुलाओ आखो जी। वाहिगुरू जी का खालसा, वाहिगुरू जी की फतेह। राम